ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਮੈਂ ਮਨੀਸ਼ ਸਟੱਡੀ ਇਮੀਗ੍ਰੇਸ਼ਨ ਤੋਂ ਗੱਲ ਕਰਾਂਗੇ ਜੀ ਉਹਨਾਂ ਬੱਚਿਆਂ ਬਾਰੇ ਜਿਨ੍ਹਾਂ ਨੇ ਕੈਨੇਡਾ ਦੀ ਵੀਜ਼ਾ ਅਪਲਾਈ ਕੀਤਾ ਸੀਗਾ ਅਤੇ ਰਿਜੈਕਸ਼ਨਸ ਉਹਨਾਂ ਨੂੰ ਆਈਆਂ। ਅਤੇ ਰਿਜੈਕਸ਼ਨਸ ਸਿਰਫ ਇਹ ਨਹੀਂ ਹੈਗਾ ਵੀ 1 'ਚ 5.5 ਵਾਲੇ ਨੂੰ ਆਈ ਹੈ ਜਾਂ 2 'ਚ 5.5 ਵਾਲੇ ਨੂੰ ਆਈ ਹੈ। ਵੱਡੇ ਜਿਵੇਂ ਲੈਵਲ 'ਤੇ ਰਿਜੈਕਸ਼ਨਸ ਆ ਰਹੀਆਂ। 7-7 ਬੈਂਡ ਵਾਲਿਆਂ ਦੇ ਵੀ ਬੱਚਿਆਂ ਦੇ ਰਿਫਿਊਜ਼ ਹੋਏ ਨੇ ਕੇਸਿਸ। ਬਟ ਗੱਲ ਉੱਥੇ ਆ ਜਾਂਦੀ ਘੁੰਮ ਫਿਰ ਕੇ ਵੀ ਕਿਉਂ ਰਿਫਿਊਜ਼ਲਸ ਹੋਈਆਂ, ਕਾਰਨ ਕੀ ਹੈ। ਜ਼ਿਆਦਾਤਰ ਬੱਚਿਆਂ ਦਾ ਇਹ ਦੇਖਿਆ ਹੈ ਵੀ ਤੁਸੀਂ ਵਾਪਸ ਨਹੀਂ ਆਓਗੇ। ਸਭ ਤੋਂ ਜ਼ਿਆਦਾ ਜਿਹੜੇ ਰੀਜ਼ਨਸ ਕਾਰਨ ਇਹ ਆ ਰਹੇ ਨੇ ਵੀ ਤੁਸੀਂ ਵਾਪਸ ਨਹੀਂ ਆਓਗੇ। ਸੈਕਿੰਡ ਨੰਬਰ 'ਤੇ ਕੋਰਸ ਰੈਲੇਵੈਂਸ ਦੀ ਆ ਰਹੀ ਹੈ ਗੱਲ, ਅਤੇ ਤੀਸਰੇ ਨੰਬਰ 'ਤੇ ਲੈਂਗੁਏਜ ਐਬਿਲਿਟੀਜ਼ ਦੀ ਗੱਲ ਆ ਰਹੀ ਹੈ। ਅਤੇ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਬੱਚੇ ਨੂੰ ਪਹਿਲਾਂ ਤੋਂ ਹੀ ਧਿਆਨ ਰੱਖਣ ਦੀ ਲੋੜ ਸੀਗੀ ਇਸ ਚੀਜ਼ ਦੀ ਵੀ ਮੈਂ ਜਿਹੜਾ ਕੋਰਸ ਆਪਟ ਕਰ ਰਿਹਾ ਉਹਦੇ ਵਿੱਚ ਇੰਗਲਿਸ਼ ਦੀ ਰਿਕੁਆਇਰਮੈਂਟ ਕੀ ਹੈਗੀ ਹੈ, ਅਤੇ ਵੀ ਮੈਨੇ ਸਟੇਟਮੈਂਟ ਆਫ ਪਰਪਸ ਸਹੀ ਲਗਾਇਆ ਜਾਂ ਨਹੀਂ ਲਗਾਇਆ। ਫਾਈਨੈਂਸ਼ੀਅਲ ਡਾਕੂਮੈਂਟਸ, ਇਨਕਮ ਦੇ ਡਾਕੂਮੈਂਟਸ ਇਹ ਮੇਰੇ ਕਿਵੇਂ ਨੇ, ਗੈਪ ਨੂੰ ਐਕਸਪਲੇਨ ਕੀਤਾ ਕਿ ਨਹੀਂ ਕੀਤਾ, ਕੋਰਸ ਰੈਲੇਵੈਂਟ ਹੈ ਕਿ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਕਾਫੀ ਦੇਰ ਤੋਂ ਮੈਂ ਵੀ ਅਤੇ ਕਾਫੀ ਮੇਰੇ ਕੰਸਲਟੈਂਟ ਫਰੈਂਡਸ ਜਿਹੜੇ ਹੈਗੇ ਨੇ ਜਿਹੜੇ ਵੀ ਸੋਸ਼ਲ ਮੀਡੀਆ 'ਤੇ ਯੂਟਿਊਬ ਚੈਨਲਸ 'ਤੇ ਤੁਹਾਨੂੰ ਅਵੇਅਰ ਕਰਦੇ ਨੇ। ਸਾਰੇ ਗੱਲਾਂ ਕਹਿੰਦੇ ਨੇ ਵੀ ਇਹ ਚੀਜ਼ਾਂ ਦਾ ਧਿਆਨ ਰੱਖੋ, ਤੁਹਾਡਾ ਵੀਜ਼ਾ ਆ ਜਾਏਗਾ। ਤੁਸੀਂ ਨਹੀਂ ਧਿਆਨ ਦਿਓਗੇ, ਅੱਖਾਂ ਬੰਦ ਕਰਕੇ ਆਪਣੇ ਕੰਸਲਟੈਂਟ 'ਤੇ ਵਿਸ਼ਵਾਸ ਕਰੋਗੇ ਤਾਂ ਤੁਸੀਂ ਧੋਖਾ ਖਾਓਗੇ। ਇਹੀ ਚੀਜ਼ ਜ਼ਿਆਦਾਤਰ ਬੱਚਿਆਂ ਨਾਲ ਹੋਈ ਹੈ ਜਿਨ੍ਹਾਂ ਦੇ ਬੱਚਿਆਂ ਦੇ ਗੈਪ ਸੀਗੇ, 1-1, 1.5, 2 ਸਾਲ ਦੇ ਗੈਪ ਸੀ। ਉਹਨਾਂ ਨੇ ਕੁਝ ਨਹੀਂ ਐਕਸਪਲੇਨ ਕੀਤਾ ਜਾਂ ਉਸ ਤੋਂ ਵੱਧ ਦੇ ਗੈਪ ਸੀਗੇ, ਉਹਨਾਂ ਨੂੰ ਵੀ ਰਿਫਿਊਜ਼ਲ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪਿਆ। ਬਟ ਟੌਪਿਕ ਇਹ ਨਹੀਂ ਹੈਗਾ ਵੀ ਰਿਫਿਊਜ਼ਲ ਆਈਆਂ ਜਾਂ ਕਿਉਂ ਆਈਆਂ। ਇਸ ਟਾਈਮ 'ਤੇ ਸਿਚੁਏਸ਼ਨ ਇਹ ਹੈ ਵੀ ਜਿਨ੍ਹਾਂ ਦੇ ਬੱਚਿਆਂ ਦੇ ਰਿਫਿਊਜ਼ਲ ਆਈਆਂ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ। ਆਪਾਂ ਉਸ ਟੌਪਿਕ 'ਤੇ ਗੱਲ ਕਰਾਂਗੇ ਵੀ ਬੇਸਿਕਲੀ ਜਿਹੜਾ ਰੀਜ਼ਨ ਹੈਗਾ ਤੁਹਾਡਾ ਰਿਫਿਊਜ਼ਲ ਦਾ, ਅਗਰ ਤੁਸੀਂ ਉਹਨੂੰ ਐਡਰੈਸ ਕਰ ਦਿੰਦੇ ਹੋ ਤਾਂ ਤੁਸੀਂ ਇਹ ਰੀਲੌਂਚ ਕਰ ਸਕਦੇ ਹੋ। ਉਹਦੀ ਫਾਈਲ ਸੇਮ LOA 'ਤੇ ਅਪਲਾਈ ਕਰ ਸਕਦੇ ਹੋ, ਸੇਮ GIC 'ਤੇ ਅਪਲਾਈ ਕਰ ਸਕਦੇ ਹੋ, ਸੇਮ ਬਾਇਓਮੈਟ੍ਰਿਕਸ 'ਤੇ ਕਰ ਸਕਦੇ ਹੋ, ਅਤੇ ਸੇਮ ਮੈਡੀਕਲ 'ਤੇ ਕਰ ਸਕਦੇ ਹੋ। ਸਿਰਫ ਤੁਹਾਨੂੰ ਇੱਕ ਅੰਬੈਸੀ ਫੀਸ ਜਿਹੜੀ ਹੈ ਉਹ ਐਕਸਟਰਾ ਪੇ ਕਰਨੀ ਪਏਗੀ। ਇਸ ਤੋਂ ਇਲਾਵਾ ਕੋਈ ਡਾਕੂਮੈਂਟੇਸ਼ਨ ਦੀ ਐਸ ਸੱਚ ਜਿਹੜੇ ਪ੍ਰਾਇਮਰੀ ਜਿਹੜੇ ਮੇਨ ਡਾਕੂਮੈਂਟਸ ਆਉਂਦੇ ਆ ਅਤੇ ਉਹਦੇ ਵਿੱਚ ਕੋਈ ਰਿਕੁਆਇਰਮੈਂਟ ਨਹੀਂ ਹੋਏਗੀ। ਹਾਂ, ਜਿਹੜੀਆਂ ਚੀਜ਼ਾਂ ਕਮੀਆਂ ਰੱਖੀਆਂ ਗਈਆਂ ਹੈਗੀਆਂ ਅੰਬੈਸੀ ਤਰਫੋਂ ਵੀ ਤੁਸੀਂ ਇਹ ਚੀਜ਼ਾਂ ਨਹੀਂ ਸਾਨੂੰ ਸਹੀ ਤਰੀਕੇ ਨਾਲ ਦਿੱਤੀਆਂ, ਜਿਵੇਂ ਅਗਰ ਵਾਪਸ ਨਹੀਂ ਆਉਂਗੇ ਦੀ ਗੱਲ ਕਰੀਏ ਤਾਂ ਆਪਾਂ ਤੁਸੀਂ ਜਿਹੜੇ ਫੰਡਸ ਦੇ ਡਾਕੂਮੈਂਟਸ ਹੈਗੇ ਨੇ ਉਹ ਤੁਸੀਂ ਜਿਹੜੇ ਹੈਗੇ ਅਪਲੋਡ ਕਰ ਸਕਦੇ ਹੋ। ਇਨਕਮ ਦੇ ਡਾਕੂਮੈਂਟ ਜਿਹੜੇ ਹੈਗੇ ਨੇ ਤੁਸੀਂ ਅਪਲੋਡ ਕਰ ਸਕਦੇ ਹੋ। ਸਟੇਟਮੈਂਟ ਪਰਪਸ ਨੂੰ ਤੁਸੀਂ ਸਟਰੋਂਗ ਕਰਕੇ ਅਪਲਾਈ ਕਰ ਸਕਦੇ ਹੋ ਵੀ ਵਾਪਸ ਕਿਉਂ ਆਊਂਗਾ ਮੈਂ, ਮੇਰੇ ਇੰਡੀਆ 'ਚ ਕੀ ਐਸੈਟਸ ਨੇ। CA ਰਿਪੋਰਟ ਤੁਸੀਂ ਲਗਾ ਸਕਦੇ ਹੋ ਆਪਣੀ ਫੈਮਿਲੀ ਦੀ ਵੀ ਤੁਹਾਡੀ ਫੈਮਿਲੀ 'ਚ ਕਿੰਨੇ ਕਰੋੜ ਦੀ ਪ੍ਰੋਪਰਟੀ ਹੈਗੀ ਹੈ, ਕੀ ਕੁਛ ਹੈਗਾ ਤੁਹਾਡੀ ਫੈਮਿਲੀ 'ਚ, ਕਿੰਨੇ ਬ੍ਰਦਰ ਸਿਸਟਰਸ ਹੋ, ਕਿੰਨੀ ਕੁ ਤੁਹਾਡੀ ਅਟੈਚਮੈਂਟ ਹੈਗੀ ਆਪਣੀ ਫੈਮਿਲੀ ਨਾਲ, ਉਹਦੇ ਬਾਰੇ ਤੁਸੀਂ ਲਿਖ ਸਕਦੇ ਹੋ। ਇੰਡੀਆ 'ਚ ਆ ਕੇ ਕੀ ਜੋਬਸ ਮਿਲਣਗੀਆਂ ਤੁਹਾਨੂੰ, ਕਿਹੜੀ ਕੰਪਨੀ 'ਚ ਜੋਬਸ ਕਰ ਸਕਦੇ ਹੋ ਤੁਸੀਂ, ਕਿਹੜੀ ਸੈਲਰੀ ਲੈਵਲਸ 'ਤੇ ਤੁਸੀਂ ਕੰਮ ਕਰ ਸਕਦੇ ਹੋ। ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਜਾ ਸਕਦੀਆਂ ਸਟੇਟਮੈਂਟ ਆਫ ਪਰਪਸ ਦੇ ਵਿੱਚ। ਫਿਰ ਕੋਰਸ ਰੈਲੇਵੈਂਸੀ ਦੀ ਗੱਲ ਆ ਗਈ। ਕੋਰਸ ਰੈਲੇਵੈਂਸੀ ਅਗਰ ਤੁਹਾਡਾ ਮੈਟਰ ਆ ਜਾਂਦਾ ਹੈ ਅਤੇ ਜਾਂ ਤਾਂ ਦੋ ਗੱਲਾਂ ਹੋਣਗੀਆਂ, ਜਾਂ ਤਾਂ ਵੀਜ਼ਾ ਅਫਸਰ ਨੇ ਧਿਆਨ ਨਾਲ ਨਹੀਂ ਦੇਖਿਆ ਉਸ ਚੀਜ਼ ਨੂੰ ਵੀ ਤੁਹਾਡਾ ਰੈਲੇਵੈਂਟ ਸੀਗਾ, ਫਿਰ ਵੀ ਉਹਨਾਂ ਨੇ ਤੁਹਾਨੂੰ ਇਹ ਐਡਰੈਸ ਕੀਤਾ ਵੀ ਕੋਰਸ ਰੈਲੇਵੈਂਟ ਨਹੀਂ ਹੈਗਾ। ਇਸ ਕੇਸ 'ਚ ਤੁਹਾਨੂੰ ਇਹ ਚਾਹੀਦਾ ਵੀ ਤੁਹਾਨੂੰ ਇਹ ਪ੍ਰੋਪਰਲੀ ਇੱਕ ਸਟੇਟਮੈਂਟ ਆਫ ਪਰਪਸ ਲਿਖਣੀ ਜ਼ਰੂਰੀ ਹੈ। ਇੱਕ ਅਪਾਰਟ ਫਰੋਮ SOP ਦੇ ਵਿੱਚ ਵੀ ਇਸ ਤੋਂ ਇਲਾਵਾ ਵੀ ਇੱਕ ਡਾਕੂਮੈਂਟ ਲਗਾਉਣਾ ਜ਼ਰੂਰੀ ਹੈ ਵੀ ਹਾਊ ਇਜ਼ ਮਾਈ ਕੋਰਸ ਰੈਲੇਵੈਂਟ ਟੂ ਮਾਈ ਪ੍ਰੀਵੀਅਸ ਸਟੱਡੀਜ਼ ਔਰ ਮਾਈ ਪ੍ਰੀਵੀਅਸ ਵਰਕ ਐਕਸਪੀਰੀਅੰਸ। ਉਹਨੂੰ ਤੁਸੀਂ ਪ੍ਰੋਪਰਲੀ ਐਕਸਪਲੇਨ ਕਰੋ। ਅਤੇ ਜੇ ਉਹ ਲੌਜੀਕਲ ਹੈ, ਜੇ ਉਹ ਲੌਜੀਕਲ ਨਹੀਂ ਹੈਗਾ, ਜਿਵੇਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਵੀ ਬੱਚੇ ਮੈਡੀਕਲ 'ਚ ਪੜ੍ਹਾਈ ਕਰਦੇ ਨੇ ਇੰਡੀਆ 'ਚ, ਉਸ ਤੋਂ ਬਾਅਦ ਅਰਲੀ ਚਾਈਲਡਹੁੱਡ ਐਜੂਕੇਸ਼ਨ ਲੈ ਲੈਂਦੇ ਨੇ। ਹੁਣ ਜ਼ਿਆਦਾਤਰ ਏਜੰਟਾਂ ਦੇ ਜਿਹੜੇ ਮੂੰਹ 'ਤੇ ਵੀ ਇਹ ਚੜ੍ਹਿਆ ਹੋਇਆ ਵੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਕੋਈ ਵੀ ਕਰ ਸਕਦਾ ਹੈ। ਬਟ ਰੈਲੇਵੈਂਸੀ ਦੀ ਗੱਲ ਕਰੀਏ ਵੀ ਤੁਸੀਂ ਅਗਰ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੇ ਕੋਰਸ ਕੰਟੈਂਟਸ ਦੇਖੋਗੇ, ਉਹਦੇ ਦੇਖੋਗੇ ਵੀ ਮੈਡੀਕਲ ਦਾ ਕੋਈ ਦੇਣਾ ਨਹੀਂ ਉਹਦੇ ਵਿੱਚ ਕੋਈ ਫਿਜ਼ਿਕਸ, ਕੈਮਿਸਟਰੀ, ਬਾਇਓ ਕੁਛ ਨਹੀਂ ਹੈਗਾ ਉਹਦੇ ਵਿੱਚ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਜਿਵੇਂ ਕਿੰਡਰਗਾਰਟਨ ਦੇ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਜਾਏਗਾ ਇਹ ਚੀਜ਼ ਸਿਖਾਈ ਜਾਂਦੀ ਹੈ। ਅਤੇ ਹੁਣ ਟੈਕਨੀਕਲੀ ਉਹ ਰੈਲੇਵੈਂਟ ਨਹੀਂ ਹੈਗਾ। ਜ਼ਿਆਦਾਤਰ ਬੱਚੇ ਸੋਚਦੇ ਨੇ ਵੀ ਅਰਲੀ ਚਾਈਲਡ ਕੇਅਰ ਦਾ ਕੋਰਸ ਹੈ ਵੀ ਚਾਈਲਡ ਕੇਅਰ ਹੋ ਸਕਦਾ ਕਿਤੇ ਨਾ ਕਿਤੇ ਵੀ ਜਿਵੇਂ ਮੈਡੀਕਲ ਲਾਈਨ ਜਾਂ ਹੈਲਥ ਲਾਈਨ ਦੇ ਨਾਲ ਰਿਲੇਟਡ ਹੋ ਜਾਂਦਾ ਕਿਸੇ ਤਰੀਕੇ ਨਾਲ, ਵੀ ਉਸ ਚੀਜ਼ ਨੂੰ ਸੋਚਦੇ ਨੇ। ਉਹ ਇਹ ਪੂਰਾ ਨਾਮ ਨਹੀਂ ਪੜ੍ਹਦੇ ਵੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਹੈ, ਅਤੇ ਕੋਰਸ ਕੰਟੈਂਟ ਜ਼ਿਆਦਾਤਰ ਬੱਚੇ ਨਹੀਂ ਦੇਖਦੇ। ਹੁਣ ਐਸੇ ਕੇਸ 'ਚ ਬੱਚੇ ਨੂੰ ਅਗਰ ਲੱਗਦਾ ਵੀ ਯਾਰ ਮੇਰਾ ਤਾਂ ਕੋਰਸ ਰੈਲੇਵੈਂਟ ਸੀ, ਜਾਂ ਕੰਸਲਟੈਂਟ ਨੂੰ ਲੱਗਦਾ ਰੈਲੇਵੈਂਟ ਸੀਗਾ ਬਟ ਟੈਕਨੀਕਲੀ ਉਹ ਰੈਲੇਵੈਂਟ ਨਹੀਂ ਸੀਗਾ ਕਿਉਂਕਿ ਕੋਰਸ ਸਬਜੈਕਟਸ ਜਿਹੜੇ ਸੀਗੇ ਉਹ ਨਹੀਂ ਸਹੀ ਸੀਗੇ। ਇਸ ਕਰਕੇ ਉਸ ਕੇਸ 'ਚ ਤੁਸੀਂ ਅਗਰ ਜਿੰਨੀ ਮਰਜ਼ੀ ਜਸਟੀਫਿਕੇਸ਼ਨ ਦੇ ਦਿਓ ਤੁਹਾਡਾ ਰਿਫਿਊਜ਼ਲ ਹੀ ਆਉਣੀ ਅਗਲੀ ਵਾਰੀ। ਬਟ ਟੈਕਨੀਕਲੀ ਅਗਰ ਤੁਸੀਂ ਨੋਨ
ਬਾਇਓਮੈਡੀਕਲ 'ਚ ਪੜ੍ਹਾਈ ਕੀਤੀ ਹੈ, ਫੋਰ ਐਗਜ਼ਾਮਪਲ ਤੁਸੀਂ ਜੀ ਸਾਈਬਰ ਸਿਕਿਉਰਿਟੀ ਦਾ, ਨੈਟਵਰਕਿੰਗ ਦਾ ਕੋਰਸ ਹੈ ਜਾਂ ਤੁਸੀਂ ਵੈਬਸਾਈਟ ਡਿਵੈਲਪਮੈਂਟ ਦਾ ਕੋਰਸ ਹੈ ਜਾਂ ਇੱਕ ਕੋਈ ਤੁਸੀਂ ਜਿਵੇਂ ਗ੍ਰਾਫਿਕ ਡਿਜ਼ਾਈਨਿੰਗ ਦਾ ਕੋਰਸ ਹੈ ਜਾਂ, ਤੇ ਇਹ ਸਾਰੇ ਕੋਰਸਿਸ ਅਗਰ ਤੁਹਾਨੂੰ ਲੱਗਦਾ ਹੈ ਵੀ ਅਗਰ ਤੁਹਾਡੇ ਨਾਲ ਵੀ ਗਲਤ ਤਰੀਕੇ ਨਾਲ ਉਹਨਾਂ ਨੇ ਰਿਫਿਊਜ਼ਲ ਦਿੱਤੀ ਹੈ ਵੀ ਕੋਰਸ ਰੈਲੇਵੈਂਟ ਨਹੀਂ ਹੈਗਾ, ਤੇ ਤੁਸੀਂ ਇਹਨੂੰ ਇੰਪਰੂਵ ਕਰ ਸਕਦੇ ਹੋ। ਉਹਦੇ ਵਿੱਚ ਇੱਕ ਪੁਆਇੰਟ ਤੁਸੀਂ ਦੇਖ ਸਕਦੇ ਹੋ ਵੀ ਇਹ ਸਬਜੈਕਟ ਮੈਨੂੰ ਇਸ ਕੋਰਸ 'ਚ ਪੜ੍ਹਾਏ ਜਾਣੇ ਹੈ, ਜੋ ਕਿ ਮੈਨੂੰ ਫਿਜ਼ਿਕਸ, ਕੈਮਿਸਟਰੀ, ਮੈਥ ਦੇ ਜਿਹੜੇ ਜੋ ਮੈਂ ਪੜ੍ਹਾਈ ਕੀਤੀ ਹੈ ਉਹ ਸਾਰੀ ਇਹਦੇ ਵਿੱਚ ਯੂਜ਼ ਹੋਣੀ ਹੈ। ਕਿਹਦੇ ਕਿਵੇਂ ਯੂਜ਼ ਹੋਣੀ ਹੈ ਉਸ ਨੂੰ ਇੱਕ ਸਬਜੈਕਟ ਦਾ ਅਲੱਗ ਤਰੀਕੇ ਨਾਲ ਲਿਖਣਾ ਪਏਗਾ ਤੇ ਉਹਨੂੰ ਐਕਸਪਲੇਨ ਕਰਨਾ ਪਏਗਾ। ਇਹਦੇ ਨਾਲ ਤੁਸੀਂ ਆਪਦੇ ਕੇਸ ਤੇ ਫਾਈਟ ਕਰ ਸਕਦੇ ਹੋ ਵੀ ਨਹੀਂ ਜੀ ਸਾਡਾ ਕੋਰਸ ਰੈਲੇਵੈਂਟ ਸੀਗਾ, ਸਾਨੂੰ ਗਲਤ ਰਿਫਿਊਜ਼ਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੀ ਬੱਚਿਆਂ ਨੂੰ ਇਹ ਜਿਹੜਾ ਆਉਂਦਾ ਲਿਖ ਕੇ ਵੀ ਲੈਂਗੁਏਜ ਐਬਿਲਿਟੀਜ਼ ਦਾ ਜਿਹੜਾ ਇਸ਼ੂ ਆ ਜਾਂਦਾ ਹੈ, ਇਹਦੇ ਵਿੱਚ ਦੇਖੋ ਅਗਰ ਇਹ ਤੁਹਾਡਾ ਇਸ਼ੂ ਆਉਂਦਾ ਲੈਂਗੁਏਜ ਐਬਿਲਿਟੀ ਦਾ, ਫਿਰ ਤੁਹਾਨੂੰ ਆਈਲੈਟਸ ਦੁਬਾਰਾ ਕਰਨੀ ਚਾਹੀਦੀ ਹੈ। ਮੈਂ ਕਹੂੰਗਾ ਅਗਰ 1 'ਚ 5.5 ਤੇ ਤੁਹਾਡੀ ਰਿਫਿਊਜ਼ਲ ਆਈ ਹੈ ਜਾਂ 2 'ਚ 5.5 ਤੇ ਰਿਫਿਊਜ਼ਲ ਆਈ ਹੈ ਜਾਂ PT ਦੇ ਉੱਤੇ ਤੁਸੀਂ ਰਿਫਿਊਜ਼ਲ ਆਈ ਹੈ ਤੁਹਾਡੀ ਵੀ 1 'ਚ ਜਾਂ 2 'ਚ 5.5 ਉਹਦੇ 'ਚ ਸੀਗੇ ਤੁਹਾਡੇ, ਤੇ ਇਹਦੇ ਵਿੱਚ ਤੁਹਾਨੂੰ ਇੰਪਰੂਵ ਕਰਕੇ ਹੀ ਅਪਲਾਈ ਕਰਨੀ ਚਾਹੀਦੀ ਹੈ। ਦੁਬਾਰਾ ਤੁਸੀਂ ਅਪਲਾਈ ਕਰੋਗੇ ਸੇਮ ਰਿਫਿਊਜ਼ਲ ਤੁਹਾਨੂੰ ਮਿਲ ਜਾਏਗੀ। ਦੇਖੋ 1 'ਚ 5.5 ਤੇ ਵੀਜ਼ੇ ਤਦ ਆਉਂਦੇ ਨੇ ਜਦ ਕੋਰਸ ਥੋੜ੍ਹਾ ਜਿਹਾ ਲਾਈਟ ਹੁੰਦਾ ਹੈ, ਵੀ ਇੰਨਾ ਸਟਰੋਂਗ ਇੰਨਾ ਹੈਵੀ ਕੋਰਸ ਨਹੀਂ ਹੁੰਦਾ ਹੈਗਾ। ਫੋਰ ਐਗਜ਼ਾਮਪਲ ਤੁਸੀਂ ਹੌਸਪਿਟੈਲਿਟੀ ਦਾ ਕੋਰਸ ਹੈ ਅੰਦਰ, ਟਰੈਵਲ ਐਂਡ ਟੂਰਿਜ਼ਮ ਦਾ ਲੈ ਦਿੰਦੇ ਹੋ, ਕੋਈ ਵੈਬਸਾਈਟ ਡਿਵੈਲਪਮੈਂਟ ਦਾ ਲੈ ਦਿੰਦੇ ਹੋ, ਤੁਸੀਂ ਕੋਈ ਜਿਵੇਂ ਫਿਲਮ ਲਾਈਕ ਜਿਵੇਂ ਐਡੀਟਿੰਗ ਦਾ ਕੋਰਸ ਲੈ ਲਿਆ, ਗ੍ਰਾਫਿਕ ਡਿਜ਼ਾਈਨ ਦਾ ਕੋਰਸ ਹੈ। ਇਹਦੇ ਵਿੱਚ ਜਿਵੇਂ ਇੰਗਲਿਸ਼ ਦੀ ਇੰਨੀ ਜ਼ਿਆਦਾ ਹਾਈ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ, ਬਟ ਜਿਵੇਂ ਫੋਰ ਐਗਜ਼ਾਮਪਲ ਆਪਾਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੀ ਗੱਲ ਕਰੀਏ, ਫੋਰ ਐਗਜ਼ਾਮਪਲ ਕੋਈ ਟੀਚਿੰਗ ਦੀ, ਨਰਸਿੰਗ ਦੀ ਗੱਲ ਕਰੀਏ, ਕੋਈ ਹੈਲਥ ਰਿਲੇਟਿਡ ਕੋਰਸਿਸ ਦੀ ਗੱਲ ਕਰੀਏ ਵੀ ਜਿਹਦੇ 'ਚ ਕਮਿਊਨੀਕੇਸ਼ਨ ਜ਼ਿਆਦਾ ਹੈਗਾ, ਵੀ ਤੁਹਾਨੂੰ ਲਿਖਾਈ ਪੜ੍ਹਾਈ ਦੀ ਲੋੜ ਹੈਗੀ ਹੈ, ਵੀ ਸਪੀਕਿੰਗ ਦੀ ਤੁਹਾਨੂੰ ਲੋੜ ਹੈਗੀ ਹੈ। ਐਸੇ ਕੇਸਿਸ ਦੇ ਵਿੱਚ IT ਦੇ ਕੋਰਸਿਸ ਦੀ ਆਪਾਂ ਗੱਲ ਕਰੀਏ ਤੇ ਐਸੇ ਕੋਰਸਿਸ ਦੇ ਵਿੱਚ ਤੁਹਾਨੂੰ ਜ਼ਰੂਰ ਵੀ ਥੋੜ੍ਹੀ ਜਿਹੀ ਇੰਗਲਿਸ਼ ਬੈਟਰ ਚਾਹੀਦੀ ਹੈ। ਵੀ 1 'ਚ 5.5 ਤੇ ਵੀਜ਼ੇ ਥੋੜ੍ਹੇ ਜਿਹੇ ਲੱਗਣੇ ਮੁਸ਼ਕਿਲ ਹੋ ਜਾਂਦੇ। ਜਿਵੇਂ ਤੁਸੀਂ ਅਗਰ ਪ੍ਰੈਕਟੀਕਲ ਕੋਰਸ ਲੈ ਦਿੰਦੇ ਹੋ, ਜਿਵੇਂ ਕਲਨਰੀ ਆਰਟਸ ਆ ਗਿਆ ਜਾਂ ਟ੍ਰੇਡ ਵੋਕੇਸ਼ਨਲ ਕੋਰਸ, ਟ੍ਰੇਡ ਦੇ ਕੋਰਸਿਸ ਲੈ ਦਿੰਦੇ ਹੋ, ਉਹਦੇ ਵਿੱਚ ਵੀ 1 'ਚ 5.5 ਤੇ ਵੀਜ਼ਾ ਨਿਕਲ ਜਾਂਦਾ, ਉਹ ਵੀ ਕੋਈ ਦਿੱਕਤ ਨਹੀਂ। ਜਾਂ ਫਿਰ ਤੁਸੀਂ ਅਗਰ ਰੀਜਨਲ ਏਰੀਆ 'ਚ ਜਾਂਦੇ ਹੋ, ਫੋਰ ਐਗਜ਼ਾਮਪਲ ਵੀ ਕਈ ਕਮਿਊਨਿਟੀ ਕਾਲਜਿਸ ਹੈ, ਗਵਰਨਮੈਂਟ ਕਾਲਜਿਸ ਹੈਗੇ ਨੇ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਹੈਗੇ ਨੇ, ਬ੍ਰਿਟਿਸ਼ ਕੋਲੰਬੀਆ 'ਚ ਵੀ ਹੈਗੇ ਨੇ, ਆਪਣੇ ਓਨਟਾਰੀਓ ਦੇ ਵਿੱਚ ਵੀ ਹੈਗੇ ਨੇ। ਵੀ ਇਸ ਓਨਟਾਰੀਓ ਬ੍ਰਿਟਿਸ਼ ਕੋਲੰਬੀਆ 'ਚ ਬਹੁਤ ਯਾਨੀ ਕਿ ਕਮਿਊਨਿਟੀ ਕਾਲਜ ਨੇ, ਛੋਟੇ ਛਹਿਰ ਨੇ ਉੱਥੇ, ਜਿਵੇਂ ਜ਼ਿਆਦਾ 5-5 6 ਕਿਲੋਮੀਟਰ ਦੇ ਸ਼ਹਿਰ ਨੇ, ਤੇ ਉਹਦੇ ਵਿੱਚ ਤੁਸੀਂ ਜਿਵੇਂ ਇੱਕ ਕਾਲਜ ਹੀ ਹੁੰਦਾ ਜ਼ਿਆਦਾਤਰ, ਮੈਕਸਿਮਮ 2 ਕਾਲਜ ਤੁਹਾਨੂੰ ਮਿਲ ਜਾਣਗੇ ਉਹਦੇ ਵਿੱਚ, ਤੇ ਉਹਦੇ ਵਿੱਚ ਤੁਸੀਂ ਅਗਰ ਅਪਲਾਈ ਕਰਦੇ ਹੋ ਤੇ ਉਹਦੇ ਵਿੱਚ ਥੋੜ੍ਹਾ ਜਿਹਾ ਸਕਸੈਸ ਰੇਟ ਇਸ ਕਰਕੇ ਬੈਟਰ ਹੋ ਜਾਂਦਾ ਹੈ ਵੀ ਉੱਥੇ ਐਪਲੀਕੇਸ਼ਨਸ ਉਸ ਕਾਲਜ ਦੀਆਂ ਘੱਟ ਜਾਂਦੀਆਂ, ਫੀਸ ਵੀ ਜ਼ਿਆਦਾਤਰ ਉਨ ਕਾਲਜਿਸ ਦੀ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਟੋਰਾਂਟੋ ਜਾਂ ਵੈਨਕੂਵਰ ਦੇ ਕਾਲਜਿਸ ਦੀ ਗੱਲ ਕਰੀਏ। ਵੀ ਟੋਰਾਂਟੋ 'ਚ ਤੁਸੀਂ ਲਾ ਲਓ ਵੀ $14,500 ਤੋਂ ਘੱਟ ਫੀਸ ਨਹੀਂ ਮਿਲਦੀ ਹੈਗੀ ਬਿਲਕੁਲ ਵੀ, ਤੇ ਅਗਰ ਵੈਨਕੂਵਰ ਦੀ ਆਪਾਂ ਗੱਲ ਕਰੀਏ ਤਾਂ ਵੀ ਵੈਨਕੂਵਰ ਪ੍ਰੋਪਰ ਸਿਟੀ ਦੀ ਗੱਲ ਕਰੀਏ $16,000-17,000 ਤੋਂ ਘੱਟ ਫੀਸ ਨਹੀਂ ਮਿਲਦੀ ਹੈਗੀ। ਬਟ ਅਗਰ ਆਪਾਂ ਗੱਲ ਕਰੀਏ ਛੋਟੇ ਸ਼ਹਿਰਾਂ ਦੀ, ਜਿਵੇਂ ਬਹੁਤ ਜਿਹੜੇ ਛੋਟੇ ਸ਼ਹਿਰ ਨੇ ਜਿਹੜੇ ਮੇਨ ਸਿਟੀਜ਼ ਤੋਂ 3-4 ਘੰਟੇ ਦੀ ਤੇ ਰਸਤੇ ਦੇ ਹੈਗੇ ਨੇ, ਤੇ ਐਸੇ ਜਿਹੜੇ ਸ਼ਹਿਰ ਹੈਗੇ ਨੇ ਇਹਦੇ ਵਿੱਚ ਫੀਸ ਜਿਹੜੀ ਹੈਗੀ ਹੈ $9,000-9,500 ਤੋਂ ਸ਼ੁਰੂ ਹੋ ਕੇ 12-13,000 ਤੱਕ ਵੀ ਜ਼ਿਆਦਾਤਰ ਕੋਰਸਿਸ ਮਿਲ ਜਾਂਦੇ ਨੇ। ਇੱਕ ਤਾਂ ਐਸੇ ਕੋਰਸਿਸ ਦੇ ਵਿੱਚ ਵੀਜ਼ਾਜ਼ ਆਰਾਮ ਨਾਲ ਆਉਂਦੇ ਨੇ, ਫਿਰ ਜਿਹੜੇ ਛੋਟੇ ਸ਼ਹਿਰ 'ਚ ਜਾਂਦੇ ਹੋ ਰਹਿਣਾ ਖਾਣ ਪੀਣ ਦਾ ਖਰਚਾ ਘੱਟ ਆਉਂਦਾ ਹੈ, ਤੁਹਾਡਾ ਫੀਸ ਸਟਰਕਚਰ ਘੱਟ ਰਹਿੰਦਾ ਹੈ। ਫਿਰ ਮੇਨ ਗੱਲ ਜਿਹੜੀ ਆ ਗਈ ਵੀ ਜ਼ਿਆਦਾ ਐਪਲੀਕੇਸ਼ਨ ਐਸੇ ਕਾਲਜਿਸ ਦੀਆਂ ਨਹੀਂ ਜਾਂਦੀਆਂ ਹੈਗੀਆਂ, ਥੋੜ੍ਹੇ ਜਿਹੇ ਛੋਟੇ ਸ਼ਹਿਰਾਂ ਦੀਆਂ ਐਪਲੀਕੇਸ਼ਨਸ ਐਮਬੈਸੀ ਦੇ ਵਿੱਚ ਨਹੀਂ ਜਾਂਦੀਆਂ, ਤੇ ਜਦ ਬੱਚਾ ਉਹਦੇ ਵਿੱਚ ਅਪਲਾਈ ਕਰ ਰਿਹਾ ਹੁੰਦਾ ਤੇ ਉਹਨਾਂ ਨੂੰ ਇਹ ਫੀਲ ਹੁੰਦਾ ਵੀ ਇਹ ਬੱਚਾ ਟੋਰਾਂਟੋ ਵੈਨਕੂਵਰ ਵੀ ਲੈ ਸਕਦਾ ਸੀ ਐਡਮਿਸ਼ਨ, ਜਾਂ ਮੌਂਟਰੀਅਲ ਵੀ ਲੈ ਸਕਦਾ ਸੀ, ਬਟ ਇਹਨੇ ਉਹ ਚੂਜ਼ ਕੀਤਾ, ਤੇ ਉਹਨੂੰ ਉਹ ਇੱਕ ਪੋਜ਼ੀਟਿਵ ਗੱਲ ਮੰਨੀ ਜਾਂਦੀ ਹੈ ਸਟੂਡੈਂਟ ਦੀ ਤਰਫੋਂ ਅਗਰ ਦੇਖੀਏ ਤਾਂ। ਤੇ ਪਲੱਸ ਸਟੂਡੈਂਟ ਆਪਣੀ ਤਰਫੋਂ ਵੀ ਦੇਖ ਸਕਦਾ ਵੀ ਮੈਂ ਟੋਰਾਂਟੋ ਵੈਨਕੂਵਰ ਜਾਂ ਮੌਂਟਰੀਅਲ ਮੈਂ ਅਪਲਾਈ ਕਰ ਸਕਦਾ ਸੀਗਾ, ਬਟ ਮੈਂ ਨਹੀਂ ਚੂਜ਼ ਕੀਤਾ ਇਹ ਜਿਹੜੇ ਮੇਨ ਸ਼ਹਿਰ ਸੀਗੇ ਇਹਦੇ ਵਿੱਚ ਅਪਲਾਈ ਕਰਨਾ, ਕਿਉਂਕਿ ਮੈਂ ਕੰਸੈਂਟਰੇਟ ਕਰਨਾ ਚਾਹੁੰਦਾ ਆਪਣੀ ਪੜ੍ਹਾਈ ਨਾਲ, ਮੈਂ ਖਰਚਾ ਜ਼ਿਆਦਾ ਨਹੀਂ ਕਰਨਾ ਚਾਹੁੰਦਾ। ਮੈਂ ਚਾਹੁੰਦਾ ਵੀ ਮੇਰੇ ਘਰ ਤੋਂ ਜਾ ਕੇ ਮੈਨੂੰ ਕਾਲਜ ਵਿੱਚ ਵਾਕਿੰਗ ਡਿਸਟੈਂਸ ਮਿਲ ਜਾਏ, ਜੋ ਕਿ ਮੈਨੂੰ ਇਹ ਛੋਟੇ ਸ਼ਹਿਰ 'ਚ ਮਿਲ ਰਿਹਾ ਹੈ। ਮੈਨੂੰ ਟਰਾਂਸਪੋਰਟੇਸ਼ਨ ਦੇ ਪੈਸੇ ਨਾ ਖਰਚਣੇ ਪੈਣ, ਉਹ ਮਿਲ ਰਿਹਾ ਹੈ। ਮੇਰੇ ਲਿਵਿੰਗ ਐਕਸਪੈਂਸਿਸ ਘੱਟ ਹੋਣ, ਉਹ ਮੈਨੂੰ ਮਿਲ ਰਿਹਾ। ਮੇਰਾ ਫੀਸ ਸਟਰਕਚਰ ਘੱਟ ਹੋਵੇ, ਉਹ ਵੀ ਮੈਨੂੰ ਇੱਥੇ ਮਿਲ ਰਿਹਾ। ਤੇ ਸਾਰੀਆਂ ਚੀਜ਼ਾਂ ਮਿਲਦੇ ਹੋਏ ਤੇ ਮੈਂ ਚਾਹੁੰਦਾ ਵੀ ਮੈਂ ਛੋਟੇ ਸ਼ਹਿਰ 'ਚ ਅਗਰ ਪੜ੍ਹ ਰਿਹਾ ਤੇ ਮੇਰਾ ਇੰਨਾ ਖਰਚਾ ਬਚ ਰਿਹਾ ਤੇ ਟਾਈਮ ਵੀ ਬਚ ਰਿਹਾ, ਤੇ ਮੈਂ ਇਹਦੇ 'ਚ ਆਪਟ ਕਰਨਾ ਚਾਹੁੰਦਾ। ਤੇ ਉਹਦੇ 'ਚ ਵੀਜ਼ਾ ਸਕਸੈਸ ਰੇਟ ਤੁਸੀਂ ਜ਼ਿਆਦਾ ਵੀ ਡਬਲ ਵੈਸੇ ਹੀ ਹੋ ਜਾਂਦਾ ਤੁਹਾਡਾ। ਤੇ ਜ਼ਿਆਦਾਤਰ ਬੱਚੇ ਇਸ ਚੀਜ਼ ਨੂੰ ਨਹੀਂ ਧਿਆਨ ਦਿੰਦੇ ਹੈਗੇ ਵੀ ਉਹ ਵੱਡੇ ਸ਼ਹਿਰਾਂ ਵਾਲੇ ਪਾਸੇ ਭੱਜਦੇ ਨੇ, ਬਟ ਮੇਰੇ ਹਿਸਾਬ ਨਾਲ ਵੱਡੇ ਸ਼ਹਿਰਾਂ ਵਾਲੇ ਪਾਸੇ ਭੱਜਣ ਦੀ ਬਜਾਏ ਵੀ ਅਗਰ ਤੁਸੀਂ ਆਪਣੇ ਵੀਜ਼ਾ ਦੇ ਪਿੱਛੇ ਭੱਜੋ ਉਹ ਜ਼ਿਆਦਾ ਬੈਟਰ ਹੈਗਾ। ਬਾਕੀ ਤਾਂ ਤੁਸੀਂ ਕਿਸੇ ਵੀ ਕਾਰਨ ਤੁਹਾਡੇ ਕੇਸ ਦਾ ਰਿਫਿਊਜ਼ਲ ਆਈ ਹੈ ਵੀ ਦੁੱਖ ਸਾਨੂੰ ਹੈਗਾ, ਸਾਨੂੰ ਬਹੁਤ ਦੁੱਖ ਹੈ ਬੱਚਿਆਂ ਨਾਲ, ਜਿਹੜੇ ਬੱਚੇ ਇੰਨੇ ਪੁਰਾਣੇ ਵਿਚਾਰੇ ਬੈਠੇ ਸੀਗੇ ਤੇ ਉਹਨਾਂ ਦਾ ਪਹਿਲੇ ਕੋਈ ਡਾਕੂਮੈਂਟ ਮੰਗ ਲਿਆ, ਫਿਰ ਕੁਝ ਮੰਗ ਲਿਆ, ਤੇ ਉਸ ਤੋਂ ਬਾਅਦ ਰਿਫਿਊਜ਼ਲ ਦੇ ਦਿੱਤੀ ਗਈ ਬੱਚਿਆਂ ਨੂੰ। ਇੰਡੀਆ 'ਚ ਵੀ ਬੱਚਿਆਂ ਦੀਆਂ ਪੜ੍ਹਾਈਆਂ ਖਰਾਬ ਹੋਈਆਂ ਤੇ ਬੱਚੇ ਜਿਹੜਾ ਮੂਡ ਖਰਾਬ ਹੋਇਆ ਤੇ ਟਾਈਮ ਖਰਾਬ ਹੋਇਆ ਬੱਚਿਆਂ ਤੋਂ ਅਲੱਗ ਹੈਗਾ। ਤੇ ਬਟ ਫਿਰ ਵੀ
ਆਪਾਂ ਇਹਨੂੰ ਫਾਈਟ ਕਰ ਸਕਦੇ ਹਾਂ ਜ਼ਰੂਰ। ਤੁਸੀਂ ਕੋਈ ਵੀ ਰਿਫਿਊਜ਼ਲ ਤੁਹਾਡੀ ਆਈ ਹੈ ਬਾਈ ਚਾਂਸ, ਤੇ ਤੁਸੀਂ ਜ਼ਰੂਰ ਸਾਨੂੰ ਸਾਡੇ ਨੀਚੇ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ WhatsApp ਕਰ ਸਕਦੇ ਹੋ। ਮੈਂ ਇੱਕ ਵਾਰੀ ਤੁਹਾਡੀ ਰਿਫਿਊਜ਼ਲ ਲੈਟਰ ਚੈੱਕ ਕਰਕੇ ਤੁਹਾਡੇ ਡਾਕੂਮੈਂਟਸ ਜਿਹੜੇ ਹੈਗੇ ਉਹ ਵੀ ਭੇਜੋ ਜ਼ਰੂਰ। ਉਹ ਚੈੱਕ ਕਰਕੇ ਤੁਹਾਨੂੰ ਰਾਈਟ ਐਡਵਾਈਸ ਦਿੱਤੀ ਜਾਏਗੀ ਵੀ ਕਿਸ ਤਰੀਕੇ ਨਾਲ ਲੱਗ ਸਕਦੀ ਹੈ ਫਾਈਲ। ਅਸੀਂ ਕੋਸ਼ਿਸ਼ ਕਰਾਂਗੇ ਵੀ ਇਹੀ ਫਾਈਲ ਨੂੰ ਅਗਰ ਤੁਸੀਂ ਦੁਬਾਰਾ ਲਗਾ ਸਕਦੇ ਹੋ ਅਸੀਂ ਉਹ ਵੀ ਰਾਏ ਦੇਵਾਂਗੇ ਤੁਹਾਨੂੰ, ਤੇ ਅਗਰ ਉਹਨੂੰ ਵਿਡਰਾ ਕਰਕੇ ਜਾਂ ਕੋਰਸ ਚੇਂਜ ਕਰਕੇ ਜਾਂ ਉਹਨੂੰ ਕਿਸੇ ਵੀ ਤਰੀਕੇ ਨਾਲ ਇੰਪਰੂਵ ਕਰਕੇ ਫਾਈਲ ਲਗਾ ਕੇ ਤੁਹਾਨੂੰ ਵੀਜ਼ਾ ਦੇ ਕੇ ਦਿੱਤਾ ਜਾ ਸਕਦਾ ਹੈ, ਅਸੀਂ ਉਹ ਵੀ ਜ਼ਰੂਰ ਤੁਹਾਨੂੰ ਗਾਈਡ ਕਰਾਂਗੇ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ।